27 ਲੱਖ ਰੁਪਏ ਜਿਹੜਾ ਕਿ 9 ਮਾਰਚ ਨੂੰ ਜਿਹੜਾ ਸੈਟਲਮੈਂਟ ਡਿਵੋਰਸ ਦੇ ਤਹਿਤ ਮੈਂ ਉਹਨੂੰ ਦਿੱਤਾ ਸੀ, ਜਿਹਦਾ ਕਿ ਐਫੀਡੇਵਿਟ ਵੀ ਮੇਰੇ ਕੋਲ ਹੈ ਓਰੀਜਨਲ, ਜਦ ਕਿ ਕੁੜੀ ਚੋਰੀ ਕਰਕੇ ਲੈ ਗਈ। कुछ मेरे मासी के बेटे तो फड़े सीगे, कुछ मेरी सिस्टर तो, मेरी जो रियल सिस्टर है, मेरे दीदी जीजू भी ब्लाइंड ने, मैं दस देना चाहना। तो मेरे कुछ मेरी सेविंग सीगी और कुछ मेरा सर मकान रेनोवेशन का जो पैसा आया सी वो सारा इकट्ठा करके कुछ मेरी पर्सनल सेविंग सीगी वो कर के सर मैं उस कुड़ी नूं दिता जी। ਜਾਂਦੀ ਸੀ ਉਹਨੇ ਬੇਟਾ ਬਲਾਈਂਡ ਹੋਣ ਦੇ ਨਾਤੇ ਉਹਨੇ ਪੂਰਾ ਫਾਇਦਾ ਉਠਾਇਆ ਔਰ ਸਾਨੂੰ ਪੂਰੀ ਤਰੀਕੇ ਨਾਲ ਬਰਬਾਦ ਕਰਕੇ ਚਲੀ ਗਈ। ਰਿਸ਼ਤਿਆਂ ਦੀ ਤੰਦ ਕਿਸ ਤਰੀਕੇ ਦੇ ਨਾਲ ਕਮਜ਼ੋਰ ਹੁੰਦੀ ਜਾ ਰਹੀ ਹੈ। ਲਗਾਤਾਰ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਰਹਿੰਦੇ ਹਾਂ, ਦੇਖਦੇ ਰਹਿੰਦੇ ਹਾਂ ਕਿ ਕਿਸੇ ਨੇ ਕਿਸੇ ਨੂੰ ਧੋਖਾ ਦਿੱਤਾ ਜਾਂ ਲਾਲਚ ਦੇ ਵਿੱਚ ਕੋਈ ਪਤੀ ਨੇ ਪਤਨੀ ਦਾ ਮਿਸਯੂਜ਼ ਕੀਤਾ ਜਾਂ ਪਤਨੀ ਨੇ ਪਤੀ ਦਾ ਕੀਤਾ। ਤੇ ਅੱਜ ਤੁਹਾਨੂੰ ਇੱਕ ਖਾਸ ਜਿਹੜੀ ਕਹਾਣੀ ਹੈ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਲੜਕੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਮਿਲ ਕੇ ਇੱਕ ਦੂਜੇ ਨਾਲ ਜਾਣ ਪਛਾਣ ਵਧਾ ਕੇ ਆਪਣੇ ਜਿਹੜੇ ਮਨਸੂਬੇ ਨੇ ਉਹਨਾਂ ਨੂੰ ਸਾਕਾਰ ਕਰ ਰਹੀਆਂ ਨੇ। ਤੇ ਦੂਜੇ ਪਾਸੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਇਹ ਉਹ ਪਰਿਵਾਰਕ ਸ਼ਖਸ ਨੇ ਜਿਨ੍ਹਾਂ ਦੇ ਨਾਲ ਔਨਲਾਈਨ ਫਰੋਡ ਹੋਇਆ। ਔਨਲਾਈਨ ਫਰੋਡ ਕਿਸ ਤਰ੍ਹਾਂ ਹੋਇਆ ਕਿ ਸੋਸ਼ਲ ਐਪ ਦੇ ਥਰੂ ਮਿਲੇ ਲੜਕੀ ਨੂੰ। ਇਹ ਇਹਨਾਂ ਬਾਰੇ ਦੱਸ ਦੇਵਾਂ, ਨਰਿੰਦਰ ਜੀ ਨੇ। ਨਰਿੰਦਰ ਜੀ ਪਹਿਲੇ ਕਹਿ ਸਕਦੇ ਹਾਂ ਕਿ ਇੱਕ ਐਪ ਚਲਾਉਂਦੇ ਨੇ, ਮਿਊਜ਼ਿਕ ਟੀਚਰ ਨੇ, ਮਿਊਜ਼ਿਕ ਵੀ ਸਿਖਾਉਂਦੇ ਨੇ ਸਟੂਡੈਂਟਸ ਨੂੰ, ਤੇ ਐਪ ਦੇ ਥਰੂ ਹੀ ਲੜਕੀ ਨੂੰ ਮਿਲਦੇ ਨੇ। ਉਸ ਤੋਂ ਬਾਅਦ ਗੱਲਬਾਤ ਵੱਧਦੀ ਹੈ ਤੇ ਗੱਲ ਵਿਆਹ ਤੱਕ ਪਹੁੰਚਦੀ ਹੈ, ਫਿਰ ਵਿਆਹ ਹੁੰਦਾ। ਉਸ ਤੋਂ ਬਾਅਦ ਅੱਜ ਦੀ ਤਰੀਕ ਦੀ ਜੇ ਗੱਲ ਕੀਤੀ ਜਾਵੇ ਤਾਂ ਜਿਸ ਲੜਕੀ ਦੇ ਨਾਲ 2 ਸਾਲ ਪਹਿਲੇ ਵਿਆਹ ਹੋਇਆ ਸੀਗਾ ਉਹ ਅੱਜ ਇਹਨਾਂ ਦਾ 27 ਲੱਖ ਰੁਪਏ ਦਾ ਨੁਕਸਾਨ ਕਰਕੇ ਇੱਥੋਂ ਚਲੇ ਗਈ ਹੈ। ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਨਰਿੰਦਰ ਜੀ ਦੇ ਨਾਲ। ਨਰਿੰਦਰ ਜੀ, ਮਾਮਲਾ ਕੀ ਹੈਗਾ? ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਕਦੋਂ ਤੁਹਾਡੀ ਮੈਰਿਜ ਹੋਈ ਤੇ ਕਦੇ ਇਸ ਦੌਰਾਨ ਲੱਗਿਆ ਕਿ ਤੁਹਾਡੇ ਨਾਲ ਧੋਖਾ ਹੋਏਗਾ ਇਨ ਫਿਊਚਰ? ਸਰ ਮੈਰਿਜ ਮੇਰੀ 4 ਸਤੰਬਰ 2018 ਨੂੰ ਹੋਈ ਸੀ। ਅਸੀਂ ਕਿਉਂਕਿ ਆਪਾਂ ਇੰਟਰਨੈਟ ਤੇ ਮਿਲੇ ਸੀ, ਇੱਕ ਐਪ ਸੀ ਸਟਾਰ ਮੇਕਰ, ਉਹਦਾ ਯੂਜ਼ ਕਿਉਂਕਿ ਸਰ ਮੈਂ ਦੇਖ ਨਹੀਂ ਸਕਦਾ ਔਰ ਮੈਂ ਯੂਜ਼ ਤਾਂ ਲੋਕਾਂ ਨੂੰ ਦੱਸਣਾ ਚਾਹਾਂਗਾ ਕਿ ਲੋਕਾਂ ਨੂੰ ਪਤਾ ਲੱਗੇ ਵਾਕਈ ਅਸੀਂ ਵੀ ਇਹ ਚੀਜ਼ਾਂ ਯੂਜ਼ ਕਰਦੇ ਹਾਂ। ਤੇ ਸਰ ਥੋੜ੍ਹਾ ਜਿਹਾ ਮੈਂ ਦਿਖਾਉਣਾ ਚਾਹੂੰਗਾ ਕਿ ਅਸੀਂ ਕਿਸ ਤਰ੍ਹਾਂ ਨਾਲ ਯੂਜ਼ ਕਰਦੇ ਹਾਂ, ਕਿਸ ਤਰ੍ਹਾਂ ਆਪਾਂ ਮਿਲੇ ਸੀ ਔਰ ਕਿਸ ਤਰ੍ਹਾਂ ਸਾਡੀ ਮੈਸੇਜਿਸ ਜਾਂ ਲਾਈਵ ਔਨ 'ਤੇ ਚੈਟ ਹੁੰਦੀ ਸੀ ਜੀ। ਇੱਕ ਐਪ ਚਲਾਉਂਦੇ ਸੀ ਤੁਸੀਂ, ਉਹਦੇ ਵਿੱਚ ਆਪਣੀ ਰਿਕਾਰਡਿੰਗ ਕਰਦੇ ਸੀ, ਉੱਥੋਂ ਫਿਰ ਸੰਪਰਕ ਵਧਿਆ ਤੁਹਾਡਾ? ਸਰ ਇਹ ਦੇਖੋ, ਜਿਵੇਂ ਇੱਕ ਐਪ ਹੈ, ਵੈਸੇ ਉਹ ਸਟਾਰ ਮੇਕਰ ਸੀ ਬਟ ਅੱਜ ਦੀ ਡੇਟ 'ਚ ਟੈਂਗੋ ਐਪ ਦੀ ਅਗਰ ਮੈਂ ਗੱਲ ਕਰਾਂ ਤੇ ਆਹ ਦੇਖੋ ਇਹ ਸਾਰਾ ਬੋਲਦਾ ਪਿਆ, ਮੇਰੇ ਫੋਨ ਦੀ ਆਵਾਜ਼ ਵੀ ਸੁਣ ਸਕਦੇ ਹੋ। ਇਹ ਹਰ ਚੀਜ਼ ਮੈਨੂੰ ਦੱਸਦਾ ਜੇ ਮੈਂ ਕੋਈ ਮੈਸੇਜ ਕਰਨਾ ਹੈ, ਜੇ ਮੈਂ ਕੋਈ ਮੈਸੇਜ ਟਾਈਪ ਕਰ ਰਿਹਾ ਜਾਂ ਮੈਂ ਕੋਈ ਮੈਸੇਜ ਕਿਸੇ ਨੂੰ ਲਿਖ ਰਿਹਾ ਜਾਂ ਮੈਂ ਪੜ੍ਹ ਰਿਹਾ। ਆਹ ਦੇਖੋ ਮੈਂ ਸਰ ਇਸ ਇੱਥੇ ਪਬਲਿਕਲੀ ਲਾਈਵ ਇਸ ਤਰ੍ਹਾਂ ਹੋਇਆ ਜਾ ਸਕਦਾ ਤੇ ਇੱਥੇ ਲਾਈਵ ਜਿੱਦਾਂ ਆਪਾਂ ਉਸ ਐਪ 'ਤੇ ਵੀ ਲਾਈਵ ਹੁੰਦੇ ਸੀਗੇ ਤਾਂ ਉਸੇ ਤਰ੍ਹਾਂ ਨਾਲ ਆਪਾਂ ਮੈਂ ਲਾਈਵ ਜਾਂਦਾ ਸੀ। ਤੇ ਉਹ ਜਾਨਵੀ ਪਟੇਲ ਨਾਮ ਦੀ ਲੜਕੀ ਜਿਹੜੀ ਗੁਜਰਾਤ ਤੋਂ ਹੈ, ਅੱਜ ਵੀ ਗੁਜਰਾਤ 'ਚ ਹੀ ਬੈਠੀ ਹੈ ਕਿਉਂਕਿ ਉਹ ਮੇਰੇ ਤੋਂ ਪੈਸਾ ਲੈ ਕੇ ਉਹਨਾਂ ਨੇ ਬਲੌਕ ਕਰ ਦਿੱਤਾ ਹੋਇਆ। ਤੇ ਇਸ ਤਰ੍ਹਾਂ ਅਸੀਂ ਮਿਲੇ ਸੀ ਤੇ ਸਰ ਹੌਲੀ ਹੌਲੀ ਨੰਬਰ ਐਕਸਚੇਂਜ ਹੋਇਆ, ਜਾਣ ਪਛਾਣ ਵਧੀ ਤੇ ਆਪਾਂ ਮੈਰਿਜ ਦਾ ਫੈਸਲਾ ਕਰ ਲਿਆ। ਪਹਿਲੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਐਪ ਦੇ ਥਰੂ ਮਿਲੇ, ਪਹਿਲੇ ਪ੍ਰਸ਼ੰਸਕ ਸੀ ਤੁਹਾਡੇ ਉਹ ਕਿ ਤੁਹਾਨੂੰ ਕਹਿੰਦੇ ਸੀ ਵਾਹ ਵਾਹ, ਜਾਂ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਜਿਹੜੇ ਝਾਂਸੇ ਦੇ ਵਿੱਚ ਆਏ ਹੋ? ਸਰ ਪਹਿਲਾਂ ਤਾਂ ਉਹੀ ਕਮੈਂਟਸ ਆਉਂਦੇ ਸੀ ਬਹੁਤ ਅੱਛਾ ਹੈ, ਬਹੁਤ ਵਧੀਆ ਹੈ ਔਰ ਕਾਫੀ ਟਾਈਮ ਤੋਂ ਫੋਲੋ ਕਰ ਰਹੀ ਸੀ ਤੇ ਮੈਂ ਪਹਿਲਾਂ ਧਿਆਨ ਵੀ ਨਹੀਂ ਸੀ ਦਿੰਦਾ ਇਹਨਾਂ। ਫਿਰ ਇੱਕ ਦਿਨ ਉਹਨੇ ਮੈਨੂੰ ਪੁੱਛਿਆ ਕਿ ਤੂੰ ਕੀ ਗੱਲ ਮੈਨੂੰ ਮੇਰੀ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੰਦਾ। ਤਾਂ ਉਸ ਤੋਂ ਬਾਅਦ ਫਿਰ ਸਾਡੀ ਗੱਲ ਥੋੜ੍ਹੀ ਸ਼ੁਰੂ ਹੋਈ। ਆਪਾਂ ਉੱਥੇ ਹੀ ਉਹਦਾ ਮੈਨੂੰ ਕਾਲ ਆ ਗਿਆ, ਇੰਟਰਨੈਟ ਕਾਲ ਆ ਗਿਆ। ਜਦ ਕਿ ਕਿਸੇ ਵੀ ਐਪ 'ਤੇ, ਮਿਊਜ਼ੀਕਲ ਐਪ 'ਤੇ ਤੁਸੀਂ ਇੰਟਰਨੈਟ 'ਤੇ ਕਾਲਿੰਗ ਕਰ ਸਕਦੇ ਹੋ। ਜੇ ਤੁਸੀਂ ਪੁਰਾਣੇ ਹੋ ਜਾਂ ਜੇ ਤੁਹਾਡੇ ਕੋਲ ਫੋਲੋਅਰਸ ਅੱਛੇ ਹੈ, ਜੇ ਤੁਹਾਡਾ ਲੈਵਲ ਅੱਪ ਹੈ, ਤੁਸੀਂ ਕਾਲ ਕਰ ਸਕਦੇ ਹੋ ਜਾਂ ਸੁਣ ਸਕਦੇ ਹੋ। ਤਾਂ ਇਸੇ ਤਰ੍ਹਾਂ ਉਹਦਾ ਕਾਲ ਆਇਆ ਸੀ। ਕਾਲ ਤੋਂ ਬਾਅਦ ਸਰ ਸਾਡਾ ਨੰਬਰ ਐਕਸਚੇਂਜ ਹੁੰਦਾ ਹੈ। ਨੰਬਰ ਜਿੱਦਾਂ ਹੀ ਐਕਸਚੇਂਜ ਹੁੰਦਾ ਇੰਸਟੈਂਟ ਮੇਰੇ ਨੰਬਰ 'ਤੇ ਵਟਸਐਪ 'ਤੇ ਮੈਸੇਜ ਆ ਜਾਂਦਾ ਔਰ ਮਿਸ ਕਾਲ ਆ ਜਾਂਦੀ ਹੈ ਮੇਰੇ ਫੋਨ 'ਤੇ। ਉਸ ਤੋਂ ਬਾਅਦ ਸਰ ਮੈਂ ਉਸ ਟਾਈਮ ਵੀ ਧਿਆਨ ਨਹੀਂ ਦਿੱਤਾ। ਮੈਂ ਰਾਤ 9:30 ਵਜੇ ਨਾਲ ਫਿਰ ਸਾਡੀ ਗੱਲ ਸ਼ੁਰੂ ਹੋਈ। ਨਰਿੰਦਰ ਜੀ, ਉਹ ਕਦੋਂ ਪਤਾ ਲੱਗਿਆ ਕਿ ਪਸੰਦ ਕਰ ਰਹੀ ਹੈ ਲੜਕੀ ਜਾਂ ਤੁਹਾਡਾ ਝੁਕਾਅ ਸੀ ਉਹਨਾਂ ਵੱਲ, ਕਿਸ ਤਰ੍ਹਾਂ? ਸਰ ਇਹ ਦੋਨੋਂ ਪਾਸੋਂ ਸੀ ਕਿਉਂਕਿ ਜਦੋਂ ਸਾਡੀ ਬਾਅਦ 'ਚ ਗੱਲ ਹੋਈ ਮੈਂ ਤਾਂ ਉਹਨੂੰ ਦੱਸਿਆ ਹੀ ਸੀ ਕਿ ਮੈਨੂੰ ਤੂੰ ਅੱਛੀ ਲੱਗੀ ਹੈ, ਬਟ ਉਹਨੇ ਦੱਸਿਆ ਸੀ ਕਿ ਮੈਂ ਤੈਨੂੰ ਕਾਫੀ ਟਾਈਮ ਤੋਂ ਫੋਲੋ ਕਰ ਰਿਹਾ, ਮੈਨੂੰ ਤੂੰ ਬਹੁਤ ਪਸੰਦ ਹੈ। ਤੇ ਇਹ ਸਰ ਜਦੋਂ ਸਾਡੀਆਂ ਗੱਲਾਂ ਖੁੱਲੀਆਂ ਉਦੋਂ ਕਲੀਅਰ ਹੋ ਗਿਆ ਸੀ ਕਿ ਦੋਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਏ ਸੀ ਆਪਾਂ। ਤੇ ਜਦੋਂ ਗੁਜਰਾਤ ਦੀ ਗੱਲ ਕੀਤੀ ਜਾਵੇ ਤਾਂ ਲੜਕੀ ਗੁਜਰਾਤ ਦੀ ਹੈ ਤੇ ਦੂਜੇ ਪਾਸੇ ਤੁਸੀਂ ਉਹਦੇ ਪਰਿਵਾਰ ਨਾਲ ਕਦੇ ਗੱਲ ਕੀਤੀ ਕਿ ਤੁਸੀਂ ਖੁਸ਼ ਹੋ ਇਸ ਰਿਸ਼ਤੇ ਨਾਲ ਕਿ ਨਹੀਂ ਰਿਸ਼ਤੇ ਨਾਲ ਖੁਸ਼ ਹੋ? ਕੁਛ ਉਧਰੋਂ ਕਿਸ ਤਰ੍ਹਾਂ ਰਿਸਪੌਂਸ ਸੀ ਤੁਹਾਡੇ ਸਹੁਰੇ? ਸਰ ਸਹੁਰਾ ਸਾਹਿਬ ਵੱਲੋਂ ਤਾਂ ਬਿਲਕੁਲ ਹੀ ਨੈਗੇਟਿਵ ਰਿਸਪੌਂਸ ਸ਼ੁਰੂ ਤੋਂ ਹੀ ਸੱਸ ਤੇ ਸਹੁਰੇ ਵੱਲੋਂ ਰਿਹਾ, ਬਟ ਸਾਲ ਡੇਢ ਬਾਅਦ ਜਦੋਂ ਕੁੜੀ ਜਾਣ ਲੱਗ ਗਈ ਸੀ ਤਾਂ ਉਹਨਾਂ ਨੇ ਮੈਨੂੰ ਸਿਰਫ ਇੱਕ ਵਿਸ਼ਵਾਸ 'ਚ ਲੈਣ ਲਈ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਅਸੀਂ ਤੈਨੂੰ ਐਕਸੈਪਟ ਕਰਾਂਗੇ, ਅਸੀਂ ਤੁਹਾਨੂੰ ਅਮਰੀਕਾ ਲੈ ਕੇ ਜਾਵਾਂਗੇ, ਕਿਉਂਕਿ ਮੇਰੇ ਨਾਲ ਸਰ ਧੋਖਾ ਹੀ ਇਸ ਉਹਦੇ ਨਾਂ 'ਤੇ ਕੀਤਾ ਗਿਆ ਸਰ।
ਤੇ ਅੱਜ ਦੀ ਤਰੀਕ ਦੇ ਵਿੱਚ ਕਿੰਨੇ ਪੈਸੇ ਤੁਹਾਡੇ ਲੈ ਗਈ ਤੇ ਤੁਸੀਂ ਕਿਸ ਤਰ੍ਹਾਂ ਉਹ ਪੈਸਿਆਂ ਦਾ ਇੰਤਜ਼ਾਮ ਕੀਤਾ? ਸਰ ਪੈਸੇ ਮੇਰਾ ਉਹ 27 ਲੱਖ ਰੁਪਏ ਜਿਹੜਾ ਕਿ 9 ਮਾਰਚ ਨੂੰ ਜਿਹੜਾ ਸੈਟਲਮੈਂਟ ਡਿਵੋਰਸ ਦੇ ਤਹਿਤ ਮੈਂ ਉਹਨੂੰ ਦਿੱਤਾ ਸੀ, ਜਿਹਦਾ ਕਿ ਐਫੀਡੇਵਿਟ ਵੀ ਮੇਰੇ ਕੋਲ ਹੈ ਓਰੀਜਨਲ, ਜਦ ਕਿ ਕੁੜੀ ਚੋਰੀ ਕਰਕੇ ਲੈ ਗਈ ਹੈ। ਤੇ ਸਰ ਉਹ ਮੈਂ ਕੁਝ ਮੇਰੇ ਮਾਸੀ ਦੇ ਬੇਟੇ ਤੋਂ ਫੜੇ ਸੀਗੇ, ਕੁਝ ਮੇਰੀ ਸਿਸਟਰ ਤੋਂ, ਮੇਰੀ ਜੋ ਰੀਅਲ ਸਿਸਟਰ ਹੈ, ਮੇਰੇ ਦੀਦੀ ਜੀਜੂ ਵੀ ਬਲਾਈਂਡ ਨੇ, ਮੈਂ ਦੱਸ ਦੇਣਾ ਚਾਹੁੰਦਾ। ਤੇ ਮੇਰੇ ਕੁਝ ਮੇਰੀ ਸੇਵਿੰਗ ਸੀਗੀ ਔਰ ਕੁਝ ਮੇਰਾ ਸਰ ਮਕਾਨ ਰੈਨੋਵੇਸ਼ਨ ਦਾ ਜਿਹੜਾ ਪੈਸਾ ਆਇਆ ਸੀ ਉਹ ਸਾਰਾ ਇਕੱਠਾ ਕਰਕੇ, ਕੁਝ ਮੇਰੀ ਪਰਸਨਲ ਸੇਵਿੰਗ ਸੀਗੀ, ਉਹ ਕਰ ਗੁਰ ਕੇ ਸਰ ਮੈਂ ਉਸ ਕੁੜੀ ਨੂੰ ਦਿੱਤਾ ਜੀ। 2 ਸਾਲ ਦੇ ਵਿਚਕਾਰ ਤੁਹਾਡਾ ਰਿਸ਼ਤਾ ਕਿਸ ਤਰ੍ਹਾਂ ਦਾ ਸੀਗਾ? ਕਦੇ ਜ਼ਿਕਰ ਕੀਤਾ ਹੈ ਕਿ ਮੈਨੂੰ ਇਨ ਫਿਊਚਰ ਇੰਨੇ ਪੈਸਿਆਂ ਦੀ ਲੋੜ ਪੈਣੀ ਆ ਜਾਂ ਕੋਈ ਗੱਲਬਾਤ ਹੋਈ ਹੋਵੇ? ਨਹੀਂ ਸਰ, ਪਹਿਲਾਂ ਉਹਨੇ ਕੁਝ ਨਹੀਂ ਸੀ ਕਿਹਾ। ਇਹ ਤਾਂ ਸਰ ਜਦੋਂ ਅਮਰੀਕਾ ਦੀ ਇਹਨਾਂ ਦੀ ਫਾਈਲ ਖੁੱਲ੍ਹੀ ਸੀਗੀ ਉਸ ਤੋਂ ਬਾਅਦ ਹੀ ਉਹਨਾਂ ਨੇ ਇਸ ਗੱਲ ਕਹਿਣੀ ਸ਼ੁਰੂ ਕੀਤੀ ਸੀ ਪਹਿਲਾਂ ਕਿ ਸਾਨੂੰ ਡਿਵੋਰਸ ਦੇ, ਕੁੜੀ ਸਿੰਗਲ ਹੋ ਕੇ ਹੀ ਜਾ ਸਕਦੀ, ਅਸੀਂ ਤੈਨੂੰ ਬੁਲਾ ਲਾਂਗੇ ਔਰ ਤੇਰਾ ਪੈਸਾ ਵੀ ਮੋੜ ਦਿਆਂਗੇ। ਪਹਿਲਾਂ ਤਾਂ ਸਰ ਕੁਝ ਦਿਨ ਮੈਂ ਮਨਾ ਕੀਤਾ, ਬਟ ਸਟਿਲ ਹੌਲੀ ਹੌਲੀ ਉਹਨਾਂ ਨੇ ਮੈਨੂੰ ਬਰਗਲਾਇਆ ਔਰ ਮੈਂ ਪੇਮੈਂਟ ਦਾ ਇੰਤਜ਼ਾਮ ਕੀਤਾ। ਔਰ ਸਰ ਮੈਂ ਇੱਥੇ ਗੱਲ ਬੜੀ ਜ਼ਰੂਰੀ ਦੱਸ ਦੇਣਾ ਚਾਹੁੰਦਾ ਕਿ ਜਦੋਂ 9 ਮਾਰਚ ਨੂੰ ਲੜਕੀ ਗਈ ਇੱਥੋਂ, ਕਿ 23 ਮਾਰਚ ਨੂੰ ਗਈ ਹੈ, ਉਸ ਤੋਂ ਬਾਅਦ ਸਰ ਜੂਨ 'ਚ ਮੈਨੂੰ ਜ਼ਬਰਦਸਤੀ ਆਉਣ ਦੀ ਜ਼ਿੱਦ ਕਰਨ ਲੱਗੀ, ਜਦ ਕਿ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਯਾਰ ਕਰੋਨਾ ਹੈ, ਤੁਸੀਂ ਨਾ ਆਓ, ਹਜੇ ਰੁਕ ਜਾਓ। ਪਰ ਸਰ ਉਹ ਕਿਉਂਕਿ ਇੱਥੋਂ ਦੀ ਉਹ ਆਈ ਔਰ ਉਹ ਐਫੀਡੇਵਿਟ ਔਰ ਸੋਨਾ ਵੀ ਸਰ ਮੇਰਾ ਜਿਹੜਾ ਸਾਡਾ ਪਿਆ ਸੀਗਾ, ਮੇਰੀ ਸਿਸਟਰ ਦਾ ਸੀ, ਮੇਰਾ ਸੀ, ਮਦਰ ਦਾ ਸੀ, ਉਹ ਸਾਰਾ ਸਰ ਉਹ ਕੁੱਲ ਮਿਲਾ ਕੇ ਚੋਰੀ ਕਰਕੇ ਲੈ ਗਈ। ਈਵਨ ਮੈਰਿਜ ਦਾ ਓਰੀਜਨਲ ਸਰਟੀਫਿਕੇਟ ਵੀ ਜਿਹੜਾ ਬਾਏ ਕੋਰਟ ਮਿਲਿਆ ਸੀ ਉਹ ਵੀ ਚੋਰੀ ਕਰਕੇ ਲੈ ਗਈ ਸਰ। ਅੱਜ ਦੀ ਤਰੀਕ ਦੇ ਵਿੱਚ ਤੁਹਾਡੇ 27 ਲੱਖ ਰੁਪਏ ਵੀ ਗਏ ਨੇ, ਤੁਹਾਡੀ ਜੁਐਲਰੀ ਵੀ ਚਲੇ ਗਈ ਹੈ, ਰਿਸ਼ਤਾ ਵੀ ਜਿਹੜਾ ਸੀ ਪਤਨੀ ਦਾ ਉਹ ਵੀ ਖਤਮ ਹੋ ਗਿਆ ਆ। ਜੇ ਕਹਿ ਰਹੇ ਹੋ ਕਿ ਉਹਨੇ ਬਾਹਰ ਜਾਣਾ ਸੀਗਾ, ਬਾਹਰ ਜਾਣ ਦਾ ਸੁਪਨਾ ਉਹਨੇ ਕਦੇ ਸਟਾਰਟਿੰਗ 'ਚ ਤੁਹਾਡੇ ਨਾਲ ਸ਼ੇਅਰ ਕੀਤਾ ਜਦੋਂ ਆਪਣੀ ਲਾਈਵ ਗੱਲਬਾਤ ਹੁੰਦੀ ਸੀ ਤੁਹਾਡੀ ਉਹਦੇ ਨਾਲ? ਨਹੀਂ ਸਰ, ਉਹ ਇੱਥੇ ਆ ਗਈ ਸੀ, ਉਸ ਤੋਂ ਬਾਅਦ ਹੀ ਉਹਨੇ ਦੱਸਿਆ ਸੀ ਕਿ ਮੇਰੇ ਜਿਹੜੇ ਗ੍ਰੈਂਡ ਪੈਰੈਂਟਸ, ਹਾਂ ਸਰ ਉਹਨੇ ਜ਼ਰੂਰ ਦੱਸਿਆ ਸੀ ਕਿ ਹੁਣ ਸਰ ਇਹਦੇ 'ਚ ਇੱਕ ਬੜੀ ਜ਼ਰੂਰੀ ਗੱਲ ਦੱਸਣ ਵਾਲੀ ਹੈ ਕਿ ਜਦੋਂ ਆਪਾਂ ਗੱਲ ਕਰ ਰਹੇ ਸੀ ਨਾ ਫੋਨ ਦੇ ਉੱਤੇ, ਜਦੋਂ ਸਾਡੀ ਗੱਲ ਸ਼ੁਰੂ ਹੋਈ ਸੀ, ਉਹਨੇ ਮੈਨੂੰ ਇਹ ਕਿਹਾ ਸੀ ਮੈਂ ਕੈਨੇਡਾ ਜਾਣਾ ਸੀ, ਮੈਂ ਤੇਰੇ ਕਰਕੇ ਕੈਨੇਡਾ ਜਾਣਾ ਕੈਂਸਲ ਕਰ ਦਿੱਤਾ ਸਰ। ਉਹ ਕਿਉਂਕਿ ਕਹਿੰਦੇ ਕਿ ਮੈਨੂੰ ਤੂੰ ਅੱਛਾ ਲੱਗਿਆ ਵੀ ਮੈਂ ਕੈਨੇਡਾ ਨਹੀਂ ਜਾਣਾ, ਮੇਰਾ ਫੋਰਨ ਜਾਣ ਦਾ ਕੋਈ ਮਨ ਨਹੀਂ ਹੈ। ਤੁਸੀਂ ਕਦੇ ਸਲਾਹ ਕੀਤੀ ਆਪਦੇ ਘਰਦਿਆਂ ਨਾਲ ਕਿ ਲੜਕੀ ਹੈ ਉਹ ਦੇਖ ਸਕਦੀ ਹੈ ਜਾਂ ਬਿਲਕੁਲ ਹੈਲਦੀ ਹੈਗੀ ਹੈ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ? ਕਿਸੇ ਘਰ ਵਾਲੇ ਨੇ ਸਵਾਲ ਨਹੀਂ ਪੁੱਛਿਆ ਤੁਹਾਡੇ ਨਾਲ ਕਿ ਉਹ ਤੇਰੇ ਨਾਲ ਵਿਆਹ ਆਖਿਰ ਕਿਉਂ ਕਰਾਉਣਾ ਚਾਹੁੰਦੀ ਹੈ? ਕੁਝ ਮਨਸੂਬਾ ਹੋ ਸਕਦਾ ਹੈ ਕਿ ਇਹ ਸਾਰਾ ਲਵ ਸਟੋਰੀ ਟ੍ਰਾਇੰਗਲ ਚੱਲ ਰਿਹਾ? ਸਰ ਇਹ ਲਵ ਸਟੋਰੀ ਸੀ ਐਕਚੁਅਲੀ। ਉਹ ਘਰ ਦੇ ਮੇਰੇ ਨਾਲ ਸਹਿਮਤ ਹੋ ਗਏ ਕਿ ਚਲੋ ਜੇ ਤੁਹਾਨੂੰ ਕੋਈ ਦੇਖਣ ਵਾਲੀ ਲੜਕੀ ਮਿਲ ਜਾਂਦੀ ਹੈ, ਤੁਹਾਨੂੰ ਕੋਈ ਦੇਖਣ ਵਾਲੀ ਕੁੜੀ ਜਿਹੜੀ ਕਿ ਦੇਖ ਸਕਦੀ ਹੈ ਅੱਛਾ, ਉਹ ਤੁਹਾਨੂੰ ਮਿਲ ਜਾਂਦੀ ਹੈ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਮੈਰਿਜ ਕਰਨ 'ਚ, ਕਰ ਲੈਂਦੇ ਹਾਂ। ਤਾਂ ਸਰ ਇਹ ਸੋਚ ਕੇ ਹੀ ਜਦੋਂ ਸਾਡੀ ਗੱਲ ਵਧੀ ਤੇ ਮੈਂ ਉਹਨਾਂ ਨੂੰ ਜਿਹੜੀ ਟਿਕਟ ਹੈ ਫਲਾਈਟ ਦੀ ਇੱਥੋਂ ਕਰਾ ਕੇ ਭੇਜੀ ਸੀਗੀ ਤੇ ਉਸ ਤੋਂ ਬਾਅਦ ਫਿਰ ਸਰ ਉਹਨਾਂ ਦਾ ਆਉਣਾ ਹੋਇਆ ਸੀ। ਜਦ ਕਿ ਸਰ ਮੈਂ ਸਟਾਰਟਿੰਗ 'ਚ ਉਹਨੂੰ ਆਪਣਾ ਮੈਡੀਕਲ ਸਰਟੀਫਿਕੇਟ ਬਲਾਈਂਡ ਵਾਲਾ ਭੇਜ ਕੇ 100% ਦਾ ਮੈਂ ਪੁੱਛਿਆ ਸੀਗਾ, ਜਿਹਦੀਆਂ ਕਿ ਸਾਰੇ ਸਬੂਤ ਵੀ ਮੇਰੇ ਕੋਲ ਨੇ ਕਿ ਹਾਂ ਵੀ ਮੈਂ ਬਲਾਈਂਡ ਆ, ਤੂੰ ਦੇਖ ਲੈ, ਜੇ ਤੈਨੂੰ ਲੱਗਦਾ ਹੈ ਕਿ ਤੂੰ ਮੇਰੇ ਨਾਲ ਰਹਿ ਸਕਦੀ ਹੈ ਤਾਂ ਉਹਨੇ ਓਕੇ ਲਿਖਿਆ ਸੀ, ਉਹ ਲਿਖਿਆ ਸੀ ਮੈਂ ਮੁਕਰੂੰਗੀ ਨਹੀਂ। ਪਰ ਸਰ ਅੱਜ ਦੀ ਡੇਟ ਹੈ, ਜਿਹੜੀ ਕੁੜੀ ਸਰ ਇਹ ਸਟਾਰਟਿੰਗ 'ਚ ਉਹਨੇ ਇਹ ਵੀ ਕਿਹਾ ਸੀਗਾ ਜਦੋਂ ਇੱਥੋਂ ਜਾਣਾ ਸੀਗਾ, ਮੈਨੂੰ ਬਰਗਲਾਨ ਲਈ ਕਿਹਾ ਸੀਗਾ ਕਿ ਮੇਰੇ ਅਮਰੀਕਾ ਜਾਣ ਮਗਰੋਂ ਜੇ ਤੂੰ ਮੈਰਿਜ ਕਰ ਲਈ ਤਾਂ ਮੈਂ ਤੇਰੇ ਤੇ ਕੇਸ ਕਰ ਦੇਣਾ, ਜਦ ਕਿ ਉਲਟਾ ਉਹਨੇ ਕੀਤਾ ਸਰ। ਮਤਲਬ ਹੁਣ ਇੱਕ ਤਰੀਕੇ ਦੇ ਨਾਲ ਤੁਹਾਨੂੰ ਕੌਨਫੀਡੈਂਸ 'ਚ ਲੈ ਲਿਆ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਜਿਹੜੀ ਮਾਸਟਰ ਪਲੈਨਿੰਗ ਪਹਿਲਾਂ ਤਿਆਰ ਕੀਤੀ ਸੀ ਉਹ ਸਿਰੇ ਚੜ੍ਹੀ? ਹਾਂਜੀ ਸਰ ਮੈਂ ਬਿਲਕੁਲ ਕਿਉਂਕਿ ਕੁੜੀ ਦੇ ਮਦਰ ਫਾਦਰ ਜਿਹੜੇ ਆ ਹਮੇਸ਼ਾ ਹੀ ਮੈਨੂੰ ਸਰ ਅੱਖਾਂ ਨੂੰ ਲੈ ਕੇ ਟੌਰਚਰ ਕਰਦੇ ਰਹੇ ਆ। ਬਹੁਤ ਵੱਡੀ ਗੱਲ ਇਹ ਕਹਿਣ ਵਾਲੀ ਇੱਥੇ ਦੱਸਣ ਵਾਲੀ ਹੈ, ਹਮੇਸ਼ਾ ਮਤਲਬ ਮੈਨੂੰ ਬਲਾਈਂਡ ਦੇ ਨਾਮ ਤੇ ਮੈਨੂੰ ਟੌਰਚਰ ਕੀਤਾ ਗਿਆ ਵੀ ਤੂੰ ਇਹ ਦੇਖ ਨਹੀਂ ਸਕਦਾ। ਨਰਿੰਦਰ ਜੀ ਟੌਰਚਰ ਕਰਦੇ ਸੀ, ਤੁਹਾਡੀ ਵਾਈਫ ਤੁਹਾਡੇ ਹੱਕ 'ਚ ਖੜਦੀ ਸੀ ਜਾਂ ਉਹਨਾਂ ਦੇ ਹੱਕ 'ਚ ਖੜਦੀ ਸੀ ਆਪਣੇ ਮਾਂ? ਸਰ ਮੇਰੀ ਵਾਈਫ ਦਾ ਉਸ ਟਾਈਮ ਤੇ ਕਿਉਂਕਿ ਸਰ ਜੇ ਰਿਸਪੈਕਟ ਦਿਵਾਉਣੀ ਹੁੰਦੀ ਨਾ ਤਾਂ ਦਵਾ ਸਕਦੀ ਸੀ, ਪਰ ਉਹਦਾ ਕੋਈ ਸਟੈਂਡ ਨਹੀਂ ਸੀ ਮੇਰੇ ਲਈ। ਬਹੁਤ ਤੁਹਾਨੂੰ ਇਹ ਲੱਗਿਆ ਕਦੇ ਕਿ ਸ਼ੁਰੂ ਤੋਂ ਜਿਹੜੀ ਇਹ ਮੈਰਿਜ ਤੁਹਾਡੀ ਹੋਈ ਹੈ 2 ਸਾਲ ਦੀ, ਇਹ ਕਿਤੇ ਨਾ ਕਿਤੇ ਬਾਹਰ ਜਾਣ ਪਿੱਛੇ ਹੀ ਹੋਈ ਹੈ? ਕੁਝ ਇਸ ਤਰ੍ਹਾਂ ਦਾ ਹੁਣ ਆਭਾਸ ਹੋ ਰਿਹਾ ਜਾਂ ਕਿਸੇ ਨੇ ਤੁਹਾਨੂੰ ਦੱਸਿਆ ਹੋਵੇ? ਸਰ ਇਹ ਸਿਰਫ ਇੱਕ ਧੋਖਾ ਸੀ, ਇੱਕ ਝਲਾਵਾ ਜਿਹੜਾ ਮੈਨੂੰ ਦਿਖਣ 'ਚ ਹੋਇਆ, ਮਤਲਬ ਜੋ ਮੈਨੂੰ ਦਿਖਾਇਆ ਗਿਆ, ਝੂਠਾ ਇਹ ਸਭ ਦਿਖਾਇਆ ਗਿਆ। ਹੋਰ ਤਾਂ ਸਰ ਮੈਂ ਚਲੋ ਇਹ ਗੱਲ ਰਿਲੀਜਨ ਨਾਲ ਜੋੜ ਕੇ ਵੀ ਦੱਸਣੀ ਚਾਹੁੰਦਾ, ਇੱਕ ਬੜੀ ਜ਼ਰੂਰੀ ਗੱਲ, ਮੈਨੂੰ ਧੋਖੇ 'ਚ ਰੱਖਣ ਲਈ ਸਰ ਸ਼ਿਵ ਦੇ ਵਰਤ ਰੱਖੇ ਗਏ, ਕਹਿ ਕੇ ਜਦ ਤੱਕ ਨਰਿੰਦਰ ਦਾ ਵੀਜ਼ਾ ਨਹੀਂ ਲੱਗੇਗਾ ਮੈਂ ਸ਼ਿਵ ਵਰਤ ਰੱਖੂੰਗੀ। ਤਾਂ ਅੱਜ ਦੀ ਡੇਟ 'ਚ ਉਹ ਖੁਦ ਹੀ ਛੱਡ ਕੇ ਔਰ ਮੇਰਾ ਪੈਸਾ ਸੌਫਟ ਟਾਰਗੇਟ ਕੀਤਾ। ਹਾਂਜੀ ਬਹੁਤ, ਹਾਂਜੀ। ਤੇ ਦੂਜੇ ਪਾਸੇ ਨਰਿੰਦਰ ਜੀ ਦੇ ਮਾਤਾ ਜੀ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। 2 ਸਾਲ ਇਕੱਠੇ ਇਹ ਰਹੇ ਨੇ ਤੇ 2 ਸਾਲਾਂ ਦਾ ਦੌਰਾਨ ਜਿਹੜਾ ਇਹ ਸਮਾਂ ਪਤੀ ਪਤਨੀ ਦਾ ਰਿਹਾ ਆ, ਤੁਹਾਡਾ ਰਿਸ਼ਤਾ ਜਿਹੜੀ ਇਹ ਲੜਕੀ ਹੈ ਜਾਨਵੀ, ਉਹਦੇ ਨਾਲ ਕਿਸ ਤਰ੍ਹਾਂ ਦਾ ਸੀਗਾ? ਸਰ ਮੇਰਾ ਤੇ ਰਿਸ਼ਤਾ ਬਿਲਕੁਲ, ਮੈਂ ਤੇ ਆਪਣੇ ਤਰਫ ਤੋਂ ਬਿਲਕੁਲ ਬੇਟੀ ਦੇ ਤਰ੍ਹਾਂ ਨਿਭਾਇਆ ਉਹਦੇ ਨਾਲ ਕਿ ਮੇਰੀ ਬੇਟੀ ਹੈ। ਮੈਂ ਆਪਣੀ ਬੇਟੀ ਨੂੰ ਘੱਟ ਪੁੱਛਣਾ ਸ਼ੁਰੂ ਕਰਤਾ ਸੀਗਾ ਕਿ ਮੇਰੇ ਕੋਲ ਨੂੰਹ ਆ ਗਈ, ਮੇਰੇ ਬੇਟੇ ਦੀ ਦੇਖ ਰੇਖ ਕਰਦੀ ਏ। ਪਰ ਸਰ ਉਹਨੇ ਸਾਨੂੰ ਕਦੀ, ਮੈਨੂੰ ਔਰ ਮੇਰੇ ਹਸਬੈਂਡ ਨੂੰ ਕਦੀ ਕੁਝ ਨਹੀਂ ਸਮਝਿਆ। ਸਿਰਫ 24 ਘੰਟੇ ਉੱਪਰ ਰੂਮ 'ਚ ਦਰਵਾਜ਼ਾ ਬੰਦ ਕਰਕੇ ਏਸੀ ਚਲਾ ਕੇ ਬਸ ਸੋਣਾ ਔਰ ਖਾਣਾ ਸੀਗਾ ਉਹਦੀ ਲਾਈਫ। ਬਸ ਸਰ ਆਪਣਾ ਬਸ ਇਹੀ ਸੀ। ਮੈਂ ਪਾਰਲਰ ਚਲੀ ਜਾਂਦੀ ਸੀ, ਉਹਨੇ ਮੈਨੂੰ ਮਤਲਬ ਇਸ ਤਰ੍ਹਾਂ ਠੱਗਿਆ, ਚਾਬੀ ਨਹੀਂ ਲੈ ਕੇ ਜਾਣ ਦਿੰਦੀ ਸੀ ਅਲਮਾਰੀ ਦੀ।
ਬਸ ਸਰ ਉਹ ਮੈਂ ਉੱਥੇ ਚਲੀ ਜਾਂਦੀ ਸੀ, ਉਹਨੇ ਬੇਟਾ ਬਲਾਈਂਡ ਹੋਣ ਦੇ ਨਾਤੇ ਉਹਨੇ ਪੂਰਾ ਫਾਇਦਾ ਉਠਾਇਆ ਔਰ ਸਾਨੂੰ ਪੂਰੀ ਤਰੀਕੇ ਨਾਲ ਬਰਬਾਦ ਕਰਕੇ ਚਲੀ ਗਈ। ਕਦੇ ਬੇਟੇ ਨਾਲ ਇਸ ਬਾਬਤ ਤੁਸੀਂ ਗੱਲ ਕੀਤੀ ਹੈ ਕਿ ਨਰਿੰਦਰ ਉਹ ਲੜਕੀ ਆਪਣਾ ਦੇਖ ਸਕਦੀ ਹੈ, ਤੂੰ ਨਹੀਂ ਦੇਖ ਸਕਦਾ, ਵੀ ਆਖਿਰ ਉਹ ਤੇਰੇ ਨਾਲ ਵਿਆਹ ਕਿਉਂ ਕਰਾਉਣਾ ਚਾਹੁੰਦੀ ਹੈ, ਉਹਨੂੰ ਕੀ ਸਮਝਦਾ, ਤੈਨੂੰ ਕੀ ਸਮਝ ਆ ਰਿਹਾ? ਸਰ ਐਕਚੁਅਲੀ ਜਦੋਂ ਇਹਨੇ ਬੇਟੇ ਨੇ ਸਾਨੂੰ ਦੱਸਿਆ, ਮੈਨੂੰ ਬੇਟੇ ਨੇ ਫੋਟੋ ਦਿਖਾਈ ਉਹਦੀ, ਤੇ ਪਹਿਲੇ ਥੋੜਾ ਜਿਹਾ ਮੈਂ ਸੌਕਟ ਸੀ ਕਿ ਇੰਨੀ ਮਤਲਬ ਲੜਕੀ ਕਿਸ ਤਰ੍ਹਾਂ ਇੰਨੀ ਦੂਰੋਂ ਆ ਸਕਦੀ ਹੈ, ਬਟ ਬੇਟਾ ਕਹਿੰਦਾ ਨਹੀਂ ਮੰਮਾ ਉਹ ਮੈਨੂੰ ਸੱਚਾ ਪਿਆਰ ਕਰਦੀ ਹੈ, ਮੇਰੇ ਨਾਲ ਮੈਰਿਜ ਕਰਨਾ ਚਾਹੁੰਦੀ ਹੈ। ਅਸੀਂ ਬਸ ਇਹੀ ਸੋਚ ਕੇ ਰਾਜੀ ਹੋ ਗਏ ਕਿ ਚਲੋ ਬੇਟੇ ਨੂੰ ਇੱਕ ਨਾਰਮਲ ਸਾਥ ਮਿਲ ਰਿਹਾ ਤੇ ਇਹਦੀ ਲਾਈਫ ਅੱਛੀ ਕੱਟ ਜਾਏਗੀ। ਤੇ ਬਸ ਉਹੀ ਸਰ ਉਹੀ 2 ਸਾਲ ਅਸੀਂ ਉਹਨੂੰ ਬਹੁਤ ਪਿਆਰ ਦਿੱਤਾ, ਬਟ ਉਹ ਸਾਨੂੰ ਸਮਝ ਨਹੀਂ ਪਾਈ। ਪਤਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ 24 ਘੰਟੇ ਆਪਦਾ ਕਮਰੇ 'ਚ ਬੰਦ ਰਹਿੰਦੀ ਸੀ, ਇਸ ਦੌਰਾਨ ਇਹ ਵੀ ਹੋ ਸਕਦਾ ਹੈ ਕਿਸੇ ਨਾਲ ਗੱਲ ਕਰਦੀ ਹੋਵੇ ਜਾਂ ਕੋਈ ਸਾਜ਼ਿਸ਼ ਦੇ ਤਹਿਤ ਕੋਈ ਪਲਾਨ ਬਣ ਰਿਹਾ ਹੋਵੇ, ਤੁਹਾਡੇ ਕੰਨਾਂ ਤੱਕ ਗੱਲ ਪਹੁੰਚੀ? ਨਹੀਂ ਸਰ ਐਦਾਂ ਦਾ ਤੇ ਸ਼ਾਇਦ ਨਹੀਂ ਸੀ ਕੁਝ, ਬਾਕੀ ਪਤਾ ਨਹੀਂ ਸਰ, ਕਿਉਂਕਿ ਅਸੀਂ ਉਹਦੇ ਫੋਨ ਨੂੰ ਕਦੀ ਹੱਥ ਨਹੀਂ ਲਗਾਇਆ ਸੀ, ਨਾ ਹੀ ਅਸੀਂ ਕਦੀ ਉਹਦੇ ਰੂਮ 'ਚ ਜ਼ਿਆਦਾ ਆਉਂਦੇ ਸੀਗੇ ਕਿ ਉਹ ਆਪਣੇ ਹਾਲ 'ਚ ਖੁਸ਼ ਨੇ, ਸਾਨੂੰ ਕੀ ਲੈਣਾ ਦੇਣਾ। ਬੱਚੇ ਆਪਣੇ ਬੈਠੇ ਅਸੀਂ ਅੱਛੇ ਨਹੀਂ ਲੱਗਦੇ ਕਿ ਉਹਨਾਂ ਨੂੰ ਜਾ ਕੇ ਕਰੀਏ, ਜਾ ਕੇ ਡਿਸਟਰਬ ਕਰੀਏ। ਤੁਸੀਂ ਨਰਿੰਦਰ ਨੂੰ ਕਿਹਾ ਵਾ ਕਿ ਪਹਿਲੇ ਇਹ ਗੱਲ ਕਨਫਰਮ ਕਰ ਲੈ ਕਿ ਜਿਸ ਤਰ੍ਹਾਂ ਤੈਨੂੰ ਦੇਖ ਨਹੀਂ ਸਕਦਾ ਤੂੰ, ਤੇ ਲੜਕੀ ਜਿਹੜੀ ਹੈ ਉਹ ਹੈਲਦੀ ਹੈ, ਉਹ ਦੇਖ ਸਕਦੀ ਹੈ, ਕਿ ਤੁਹਾਡੀ ਬਣੇਗੀ, ਨਿਭੇਗੀ ਅੱਗੇ, ਕੁਝ ਇਸ ਤਰੀਕੇ ਨਾਲ ਗੱਲ? ਸਰ ਉਹੀ ਤੇ ਤੁਹਾਨੂੰ ਇਹ ਸਾਰੇ ਅਸੀਂ ਪ੍ਰੂਫ ਦਿਖਾ ਰਹੇ ਹਾਂ ਸਰ, ਕਿ ਅਸੀਂ ਪਹਿਲੇ ਸਾਰਾ ਉਹਦੇ ਕੋਲ ਪੁੱਛਿਆ ਸੀ, ਜਿਹਦੇ ਕਰਕੇ ਅਸੀਂ ਹਾਮੀ ਭਰੀ। ਸਰ ਇਹ ਚੈਟ ਹੈ ਜਿਹੜੀ ਇਹਨਾਂ ਵੱਲੋਂ ਇਹਦੇ ਪ੍ਰਿੰਟ ਆਊਟ ਵੀ ਨਿਕਾਲੇ ਗਏ ਨੇ, ਦੇਖ ਸਕਦੇ ਹੋ ਵੀ ਜਾਨਵੀ ਜਿਹੜੀ ਲੜਕੀ ਇਹਨਾਂ ਦੀ ਵਾਈਫ ਸੀਗੀ ਪਹਿਲੇ, ਤੇ ਉਹ ਸਾਰਾ ਇਹਦੇ ਵਿੱਚ ਲਿਖਿਆ ਹੋਇਆ ਕਿ ਰੈਡੀ ਹਾਂ ਮੈਂ ਸ਼ਾਦੀ ਕਰਨ ਦੇ ਲਈ, ਕੰਸੈਂਟ ਲਿੱਤੀ ਗਈ ਹੈ। ਸੋ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਵੀ ਸੀਗਾ ਕਿ ਇਸ ਤਰ੍ਹਾਂ ਦਾ ਹੋ ਸਕਦਾ ਜਾਂ ਨਹੀਂ ਹੋ ਸਕਦਾ, ਕਿਉਂਕਿ 24 ਘੰਟੇ ਉਹ ਜਿਹੜੀ ਲੜਕੀ ਹੈ ਕਹਿ ਰਹੇ ਨੇ ਕਿ ਆਪਣਾ ਫੋਨ ਤੇ ਲੱਗੀ ਰਹਿੰਦੀ ਸੀ ਜਾਂ ਕਮਰਾ ਬੰਦ ਕਰਕੇ ਬੈਠੀ ਰਹਿੰਦੀ ਸੀ। ਜੇ ਅੱਜ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹ ਕਾਗਜ਼ਾਂ ਦੇ ਵਿੱਚ 27 ਲੱਖ ਦਾ ਜਿਹੜਾ ਤੁਸੀਂ ਇਹ ਇੰਤਜ਼ਾਮ ਕੀਤਾ, ਜਿਹੜੇ ਪੈਸੇ ਉਹਨੂੰ ਦਿੱਤੇ ਲੜਕੀ ਨੂੰ, ਤੇ ਇਹ ਇੰਤਜ਼ਾਮ ਕਿਸ ਤਰ੍ਹਾਂ ਕੀਤਾ ਤੁਸੀਂ? ਸਰ ਇੱਕ ਤੇ ਅਸੀਂ ਮਕਾਨ ਵੇਚਿਆ ਸੀ ਉਧਰ ਪਹਿਲੇ ਵਾਲਾ, ਕਿਉਂਕਿ ਉਹ ਕਹਿੰਦੀ ਸੀ ਮਕਾਨ ਛੋਟਾ, ਮੈਂ ਉੱਥੇ ਨਹੀਂ ਰਹਿਣਾ, ਮੈਨੂੰ ਵੱਡਾ ਮਕਾਨ ਲੈ ਕੇ ਦਿਓ। ਸਰ ਇੱਕ ਮਕਾਨ ਵੇਚਿਆ ਸੀ, ਉਹ ਸੇਵਿੰਗ ਸਾਡੇ ਕੋਲ ਪਈ ਸੀ। ਕੁਝ ਬੇਟੇ ਨੇ ਆਪਣਾ ਜਿਹੜਾ ਮਕਾਨ ਬਣਾਉਣ ਲਈ ਲੋਨ ਸੀਗਾ ਉੱਤੇ, ਉਹ ਸੀ, ਕੁਝ ਸਾਡੀ ਸੇਵਿੰਗ ਸੀ, ਕੁਝ ਇਹਦੇ ਪਾਪਾ ਦੀ ਸੀਗੀ, ਕੁਝ ਬੇਟੇ ਦੀ ਸੀਗੀ। ਸਰ ਐਦਾਂ ਕਰਕੇ ਕੁਝ ਬੇਟੀ ਕੋਲ ਲਿਆ, 7 ਲੱਖ ਰੁਪਇਆ ਮੈਂ ਆਪਣੀ ਸਿਸਟਰ ਦੇ ਬੇਟੇ ਕੋਲੋਂ ਫੜਿਆ, ਉਹ ਰਾਂਚੀ ਰਹਿੰਦੇ ਹੈਗੇ ਨੇ। ਉਹਨੇ ਤੁਹਾਨੂੰ ਦੱਸਿਆ ਕਿ ਮੈਂ ਬਾਹਰ ਜਾ ਰਹੀ ਹਾਂ, ਮੈਨੂੰ ਤਾਂ ਪੈਸੇ ਚਾਹੀਦੇ ਨੇ? ਹਾਂਜੀ ਸਰ, ਪੂਰੀ ਉਹਨਾਂ ਦੀ ਫੈਮਿਲੀ ਨਾਲ, ਸਾਰਿਆਂ ਨਾਲ ਹੈ ਸਭ ਕੁਝ, ਕਿ ਤੁਸੀਂ ਮਤਲਬ ਭੇਜੋ ਅਸੀਂ ਕਰਾਂਗੇ ਤੇ ਸਭ ਕੁਝ। ਮਤਲਬ ਬੇਟੇ ਨੂੰ ਇਤਨਾ ਵਿਸ਼ਵਾਸ ਤੇ ਲਿਆ ਸੀ, ਇੱਕ ਦਿਨ ਮੈਨੂੰ ਸ਼ੱਕ ਪੈ ਗਿਆ ਉਹਦੇ ਜਾਣ ਦੇ ਬਾਅਦ, ਕਿਉਂਕਿ ਮੈਂ ਅਲਮਾਰੀ ਤੇ ਫੋਲਦੀ ਨਹੀਂ ਸੀ ਐਦਾਂ ਕਿ ਇਹ ਚੀਜ਼ ਪਈ ਹੈ। ਮੈਂ ਬੇਟੇ ਨੂੰ ਕਿਹਾ ਬੇਟਾ ਕੁਝ ਮੈਨੂੰ ਮਿਸਿੰਗ ਲੱਗ ਰਿਹਾ, ਤੇ ਬੇਟਾ ਕਹਿੰਦਾ ਬੇਟੇ ਨੂੰ ਫਿਰ ਵੀ ਬਹੁਤ ਵਿਸ਼ਵਾਸ ਸੀ ਉਹਦੇ ਉੱਤੇ, ਉਹ ਸੋਚ ਵੀ ਨਹੀਂ ਸਕਦਾ ਸੀ ਕਿ ਮਤਲਬ ਮੇਰੀ ਵਾਈਫ ਇਸ ਤਰ੍ਹਾਂ ਕਰ ਸਕਦੀ ਹੈ। ਤੇ ਮੈਂ ਕਿਹਾ ਬੇਟਾ ਮੈਨੂੰ ਕੁਝ ਮਿਸਿੰਗ ਲੱਗ ਰਿਹਾ, ਕਹਿੰਦਾ ਨਹੀਂ ਮੰਮਾ ਐਦਾਂ ਨਾ ਬੋਲੋ, ਜਾਨਵੀ ਐਦਾਂ ਦੀ ਨਹੀਂ ਹੈਗੀ, ਜਾਨਵੀ ਐਦਾਂ ਨਹੀਂ ਹੈ। ਮੈਂ ਕਿਹਾ ਚੱਲ ਮੈਂ ਵੀ ਉੱਥੇ ਹੀ ਛੋੜ ਦਿੱਤਾ। ਮੈਂ ਕਿਹਾ ਜਦ ਬੇਟੇ ਨੂੰ ਇੰਨਾ ਉਹ ਤੇ ਫਿਰ ਇਹਨਾਂ ਨੇ, ਨਰਿੰਦਰ ਨੇ ਤੁਹਾਡੇ ਨਾਲ ਗੱਲ ਕੀਤੀ ਕਿ ਜਿੱਦਾਂ ਉਹ ਬਾਹਰ ਜਾਣਾ ਚਾਹੁੰਦੀ ਹੈ, ਤੇ ਬਾਹਰ ਜਾਣ ਦੇ ਵਿਚਕਾਰ ਫਿਰ ਉਹ ਡਿਵੋਰਸ ਕਿਉਂ ਲੈਣਾ ਚਾਹੁੰਦੀ ਹੈ? ਇਹ ਵੀ ਤਾਂ ਹੋ ਸਕਦਾ ਵੀ ਬਾਹਰ ਇਹਨੂੰ ਲੈ ਕੇ ਜਾਣਾ ਹੋਵੇ, ਫਿਰ ਡਿਵੋਰਸ ਕਿਉਂ ਲੈਣਾ? ਨਹੀਂ ਸਰ, ਉਹਦਾ ਸਿਰਫ ਇਹ ਸੀਗਾ, ਸਾਨੂੰ ਇਹ ਕਹਿੰਦੀ ਸੀ ਕਿ ਅਗਰ ਮੈਂ ਪੈਰੈਂਟਸ ਦੇ ਨਾਲ ਜਾਣਾ ਹੈ ਤੇ ਮੈਨੂੰ ਡਾਈਵੋਰਸ ਚਾਹੀਦਾ, ਮੈਂ ਫਿਰ ਮੈਰਿਡ ਹੋ ਕੇ ਨਹੀਂ ਜਾ ਸਕਦੀ। ਤੇ ਅਗਰ ਉਹਨੇ ਡਾਈਵੋਰਸ ਲਿੱਤਾ ਸੀ, ਫਿਰ ਉਹਨੇ ਸਾਨੂੰ ਲਿਖ ਕੇ ਵੀ ਦਿੱਤਾ ਕਿ ਮੈਂ ਸੈਟਲਮੈਂਟ ਡਿਵੋਰਸ ਕਰ ਰਹੀ ਹਾਂ, ਉਹ ਵੀ ਸਾਡੇ ਕੋਲ ਪੇਪਰ ਹੈ, ਉਹ ਵੀ ਪੇਪਰ ਹੈ ਸਾਡੇ ਕੋਲ, ਉਹ ਵੀ ਪੇਪਰ ਹੈ ਸਾਡੇ ਕੋਲ, ਸੈਟਲਮੈਂਟ ਡਿਵੋਰਸ ਲੈ ਰਹੀ ਹਾਂ। ਔਰ ਉਹਦੇ ਵਿੱਚ ਲਿਖਿਆ ਬਕਾਇਦਾ ਕਿ ਮੈਂ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਜਾਵਾਂਗੀ। ਬਕਾਇਦਾ ਮੰਦਰ ਇਹ ਰਜਿਸਟਰਡ ਮੈਰਿਜ ਵੀ ਹੋਈ ਹੈ, ਸ਼ਿਵ ਮੰਦਰ, ਇਹ ਦੇਖ ਸਕਦੇ ਹੋ ਤੁਸੀਂ, ਇਹਨਾਂ ਦੀ ਪ੍ਰੋਪਰ ਮੈਰਿਜ ਹੋਈ ਲੜਕੀ ਦੇ ਨਾਲ। ਤੇ ਲੜਕੀ ਨੇ ਬਾਹਰ ਜਾਣਾ ਸੀ, ਇਹਨਾਂ ਦਾ 27 ਲੱਖ ਰੁਪਇਆ ਜਿਹੜਾ ਇਹਨਾਂ ਵੱਲੋਂ ਦਿੱਤਾ ਗਿਆ ਹੈ ਕਿ ਤੂੰ ਬਾਹਰ ਚਲੇ ਜਾ, ਉਸ ਤੋਂ ਬਾਅਦ ਹੋ ਸਕਦਾ ਕਿ ਇਹਨੂੰ ਬੁਲਾਵੇ, ਲੇਕਿਨ ਨਾਲ ਦੀ ਨਾਲ ਸ਼ਰਤ ਵੀ ਰੱਖੀ ਗਈ ਕਿ ਡਿਵੋਰਸ ਇਹ ਲੈਣਗੇ ਕਿਉਂਕਿ ਮੈਂ ਮੈਰਿਡ ਨਹੀਂ ਸ਼ੋਅ ਕਰਨਾ ਚਾਹੁੰਦੀ। ਨਰਿੰਦਰ ਜੀ, ਜੇ ਅੱਜ ਦੀ ਗੱਲ ਕੀਤੀ ਜਾਵੇ, ਅੱਜ ਤੁਸੀਂ ਪੈਸੇ ਵੀ ਤੁਹਾਡੇ ਚਲੇ ਗਏ ਨੇ, ਵਾਈਫ ਨਾਲ ਡਿਵੋਰਸ ਹੋ ਗਿਆ, ਠੀਕ ਹੈ, ਹੁਣ ਇਹ 27 ਲੱਖ ਰੁਪਇਆ ਤੁਹਾਡਾ ਆਲਮੋਸਟ ਜਿੱਦਾਂ ਕਹਿ ਰਹੇ ਹੋ ਕਿ ਚਲਾ ਗਿਆ ਆ। ਤੇ ਜੇ ਗੱਲ ਕੀਤੀ ਜਾਵੇ ਅੱਜ ਦੀ ਤਰੀਕ ਦੇ ਵਿੱਚ ਪ੍ਰਸ਼ਾਸਨ ਤੋਂ ਕੀ ਗੁਹਾਰ ਲਗਾਉਂਦੇ ਹੋ, ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਹੁਣ? ਸਰ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਪੈਸਾ ਗਿਆ ਹੈ ਔਰ ਮੇਰਾ ਜਿਹੜਾ ਸੋਨਾ ਗਿਆ, ਮੈਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਮੈਨੂੰ ਜਸਟਿਸ ਦਿੱਤਾ ਜਾਵੇ। ਕੰਪਲੇਂਟ ਦਿੱਤਿਆਂ ਵੀ ਅੱਜ ਸਰ ਮੈਨੂੰ ਲਗਭਗ 1.5 ਮਹੀਨੇ ਦੇ ਆਲਮੋਸਟ ਹੋ ਗਿਆ ਹੈ, ਜਦ ਕਿ ਇਸ ਦੇ ਨਾਮ ਤੇ ਹਜੇ ਤੱਕ ਤਾਂ ਕੋਈ ਮੈਨੂੰ ਨਹੀਂ ਸਮਝ ਆਇਆ। ਕਾਲ ਕੀਤੀ ACP ਸਾਹਿਬ ਨੇ, ਬਿਲਕੁਲ ਬਹੁਤ ਮੈਨੂੰ ਹੌਸਲਾ ਵੀ ਦਿੱਤਾ, ਔਰ ACP ਸਾਹਿਬ ਕੋਲ ਮੈਨੂੰ ਵੀ ਹੈਗਾ ਕਿ ਜਦੋਂ ਉਹਨਾਂ ਕੋਲ ਲੈਟਰ ਪਹੁੰਚੇਗੀ, ਬਟ ਸਰ ਉੱਪਰੋਂ ਦੀ ਜਿਹੜੀ ਲੈਟਰ ਹੈ ਨਾ ਉਹ ਨਹੀਂ ਪਹੁੰਚੀ ਹਜੇ ਤੱਕ ਥੱਲੇ, ਔਰ ਜਿਹਨੂੰ ਦਿੱਤਿਆਂ ਮੈਨੂੰ 1.5 ਮਹੀਨਾ ਹੋ ਚੁੱਕਾ ਹੈ। ਸਰ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਇਹ 'ਤੇ ਕਾਰਵਾਈ ਕੀਤੀ ਜਾਵੇ, ਇਹਨਾਂ ਦੇ ਖਿਲਾਫ, ਤਿੰਨਾਂ ਦੇ ਖਿਲਾਫ
ਕੁੜੀ ਔਰ ਮਦਰ ਉਹਦੇ ਫਾਦਰ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਜੀ। ਤੇ ਲੜਕੀ ਨਾਲ ਜੇ ਗੱਲ ਕੀਤੀ ਜਾਵੇ, ਪੈਸੇ ਤੁਹਾਡੇ ਦਿਲਵਾਏ ਜਾਣ ਤੇ ਲੜਕੀ ਜੇ ਆਂਦੀ ਹੈ, ਤੁਸੀਂ ਰੱਖਣ ਲਈ ਤਿਆਰ ਹੈਗੇ? ਨਹੀਂ ਸਰ, ਮੈਂ ਜਿਹੜਾ ਇਨਸਾਨ ਮੈਨੂੰ ਇਸ ਤਰ੍ਹਾਂ ਨਾਲ ਧੋਖਾ ਦੇ ਗਿਆ ਔਰ ਮੈਂ ਸਰ ਨਹੀਂ ਦੁਬਾਰਾ, ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਉਹਨੂੰ ਜ਼ਿੰਦਗੀ 'ਚ ਆਪਣੀ ਜਗ੍ਹਾ 'ਤੇ ਪਾਊਂ। ਕਦੋਂ ਜਾ ਰਹੀ ਹੈ ਕੁਛ ਇਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਿਆ ਕਦੋਂ ਬਾਹਰ ਜਾ ਰਹੀ ਹੈ? ਹਾਂਜੀ ਸਰ, ਇਹ ਨਵੰਬਰ ਜਾਂ ਦਸੰਬਰ 'ਚ ਨਿਕਲ ਜਾਣਾ ਸਰ, ਕਿਉਂਕਿ ਅਗਰ ਇਹ ਨਵੰਬਰ ਦਸੰਬਰ 'ਚ ਨਿਕਲ ਜਾਂਦੀ ਹੈ ਸਰ ਤਾਂ ਸਰ ਮੈਂ ਕਰਜ਼ਾਈ ਹੋ ਜਾਣਾ ਪੂਰਾ। ਮੈਂ ਸਰ ਕਰਜ਼ਾ ਕਿੱਥੋਂ ਉਤਾਰੂੰਗਾ ਲੋਕਾਂ ਦਾ? ਮੈਂ ਜਿਨ੍ਹਾਂ ਤੋਂ ਫੜਿਆ, ਮੇਰੇ ਭਰਾ ਤੋਂ ਜਾਂ ਮੇਰੀ ਸਿਸਟਰ ਤੋਂ ਜਾਂ ਮੇਰੀ ਆਪਣੀ ਸੇਵਿੰਗ ਸਰ, ਪੂਰੀ ਜ਼ਿੰਦਗੀ ਦੀ ਮੇਰੀ ਪੂੰਜੀ। ਔਰ ਮੈਨੂੰ ਇਹ ਬਸ ਮੈਂ ਪ੍ਰਸ਼ਾਸਨ ਤੋਂ ਸਰ ਮੰਗ ਕਰਦਾ ਕਿ ਇਹਦੇ ਖਿਲਾਫ ਜਲਦ ਤੋਂ ਜਲਦ ਕੋਈ ਕਾਰਵਾਈ ਕੀਤੀ ਜਾਵੇ ਸਰ। ਸੋ ਇਹ ਨਰਿੰਦਰ ਜੀ ਨਾਲ ਵੀ ਗੱਲਬਾਤ ਕੀਤੀ ਹੈ, ਉਹਦੇ ਮਾਤਾ ਜੀ ਨਾਲ ਵੀ ਗੱਲਬਾਤ ਕੀਤੀ, ਜਿਹੜੇ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਨੇ, ਮਦਦ ਮੰਗ ਰਹੇ ਨੇ ਕਿ ਜਿਹੜਾ 27 ਲੱਖ ਰੁਪਇਆ ਜਿਹੜੀ ਲੜਕੀ ਹੈ ਇਹਨਾਂ ਦੀ ਵਾਈਫ ਸੀ ਜਾਨਵੀ, ਉਹ ਲੈ ਗਈ ਹੈ। ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਇੰਤਜ਼ਾਮ ਕੀਤਾ ਗਿਆ, ਕੋਈ ਪਲਾਟ ਵੇਚਿਆ, ਕਿਸੇ ਨੇ ਸੇਵਿੰਗ ਆਪਣੀ ਤੋੜ ਕੇ ਸਾਰਾ ਟੋਟਲ ਉਹ ਲੜਕੀ ਨੂੰ 27 ਲੱਖ ਰੁਪਇਆ ਦਿੱਤਾ ਹੈ। ਤੇ ਨਾਲ ਦੀ ਨਾਲ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਨੇ ਕਿ ਜਿੰਨਾ ਜਲਦੀ ਹੋ ਸਕੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਤਾਂ ਕਿ ਇਹਦੇ ਜਿਹੜੇ ਪੈਸੇ ਨੇ ਉਹ ਇਹਨਾਂ ਨੂੰ ਵਾਪਸ ਮਿਲ ਸਕਣ ਤੇ ਆਪਦਾ ਜਿਹੜਾ ਕਰਜ਼ਾ ਹੈ ਉਹ ਉਤਾਰ ਸਕਣ। ਕੈਮਰਾ ਪਰਸਨ ਬੋਬੀ ਦੇ ਨਾਲ ਵਰੁਣ ਸੱਗੜ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਅੱਜ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੈ। ਬਿਜਲੀ ਦੇ ਕੱਟ ਵੀ ਲੱਗ ਰਹੇ ਹੈ, ਬਿਜਲੀ ਦੇ ਰੇਟ ਵੀ ਵੱਧ ਗਏ ਹੈ, ਬਿੱਲ ਵੀ ਬਹੁਤ ਵੱਡੇ ਆਉਣ ਲੱਗ ਗਏ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਦੌਰਾਨ ਅਸੀਂ 24 ਘੰਟੇ ਬਿਜਲੀ ਦਿੰਦੇ ਸੀ ਤੇ ਐਸਸੀ ਤੇ ਬੀਸੀ ਭਾਈਚਾਰੇ ਨੂੰ 200 ਯੂਨਿਟ ਹਰ ਮਹੀਨੇ ਹਰ ਬਿੱਲ ਵਿੱਚ ਮੁਫਤ ਦਿੰਦੇ ਸੀ। ਅੱਜ ਮੈਂ ਸਾਰੇ ਪੰਜਾਬੀਆਂ ਨੂੰ ਵਾਅਦਾ ਕਰਦਾ ਉਹਨਾਂ ਦੇ ਘਰਾਂ ਦੇ 400 ਯੂਨਿਟ ਹਰ ਮਹੀਨੇ ਸਾਡੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਉਹਨਾਂ ਨੂੰ ਮੁਫਤ ਦੇਊਗੀ। 2 ਮਹੀਨੇ ਦਾ ਬਿੱਲ ਦਾ ਮਤਲਬ 800 ਯੂਨਿਟ ਹਰ 2 ਮਹੀਨੇ 'ਚ ਜੋ ਬਿੱਲ ਆਇਆ ਕਰੂਗਾ ਉਹ ਮੁਫਤ ਹੋਣਗੇ। ਆਹ ਸਾਡਾ ਵਾਅਦਾ ਤੁਹਾਡੇ ਨਾਲ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।